अस्सलाम वालेकुम जी। मेरी तरफों सब ਨੂੰ ਆਦਾਬ ਕਬੂਲ ਹੋਵੇ। ਜਿਸ ਤਰ੍ਹਾਂ ਟਾਪਿਕ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਕਿ ਅੱਜ ਅਸੀਂ ਗੱਲ ਸਾਂਝੀ ਕਰਾਂਗੇ, ਤਫਸੀਲ ਨਾਲ ਦੱਸਾਂਗੇ, ਗੱਪਸ਼ਪ ਮਾਰਾਂਗੇ ਵੀਜ਼ਾ ਦੇ ਪ੍ਰੋਸੈਸ ਦੇ ਬਾਰੇ ਹੈ। ਕਿਉਂਕਿ ਤੁਹਾਨੂੰ ਪਤਾ ਹੈ ਕਿ ਸਪੇਨ ਮਿਨਿਸਟਰੀ ਨੇ 15 ਕਵਾਨੀਨ ਤਬਦੀਲ ਕੀਤੇ ਨੇ 16 ਅਗਸਤ 2022 ਤੋਂ। ਓਵਰਆਲ ਤਕਰੀਬਨ 15 ਕਾਨੂੰਨ ਤਬਦੀਲ ਹੋਏ ਨੇ। ਉਹ ਅਸੀਂ ਸਾਰਿਆਂ ਨੂੰ ਵਾਰੀ ਕਰਕੇ ਸਾਂਝਾ ਕੀਤਾ ਕਰ ਰਹੇ ਹਾਂ ਕਿ ਅਸੀਂ ਅਰਾਈਗੋ ਲਾਬਰਾਲ ਨੂੰ ਵੀ ਸਾਂਝਾ ਕੀਤਾ, ਦੱਸਿਆ, ਉਸ ਤੋਂ ਬਾਅਦ ਵੀਡੀਓ ਬਣਾਈ ਅਰਾਈਗੋ ਸੋਸ਼ਲ ਫੈਮਿਲੀ ਵਾਲੇ ਕਵਾਨੀਨ ਮੁਖਤਲਿਫ ਟਾਪਿਕਸ ਦੇ ਉੱਤੇ ਜਿਹੜੇ ਕਵਾਨੀਨ ਤਬਦੀਲ ਹੋਣੇ, ਸਟੱਡੀ ਵੀਜ਼ਾ ਹੋਵੇ ਜਾਂ ਸਟੱਡੀ ਤੋਂ ਬਾਅਦ ਪੇਪਰ ਕਿਸ ਤਰ੍ਹਾਂ ਤਬਦੀਲ ਹੋ ਸਕਦੇ ਨੇ, ਅਸੀਂ ਸਭ ਦੇ ਉੱਤੇ ਵੀਡੀਓ ਬਣਾਈ, ਸਭ ਨੂੰ ਸਾਂਝਾ ਕੀਤਾ ਕਿ ਪੁਰਾਣੇ ਕਾਨੂੰਨ 'ਚ ਕੀ ਚੀਜ਼ ਸੀ, ਨਵੇਂ ਕਾਨੂੰਨਾਂ 'ਚ ਕੀ ਤਬਦੀਲੀ ਆਈ ਔਰ ਕਿਸ ਤਰ੍ਹਾਂ ਅੱਗੋਂ ਨੈਕਸਟ ਜਿਹੜਾ ਹੈ ਉਹ ਕਿਸ ਤਰ੍ਹਾਂ ਬੰਦੇ ਦੀ ਜ਼ਿੰਦਗੀ ਆਸਾਨ ਹੋਵੇਗੀ, ਨੈਕਸਟ ਜਿਹੜਾ ਕੀ ਤਬਦੀਲੀ ਆਵੇਗੀ, ਕਿਸ ਤਰ੍ਹਾਂ ਅਸੀਂ ਉਹ ਉਸ ਚੀਜ਼ ਨੂੰ, ਉਸ ਪ੍ਰੋਸੈਸ ਨੂੰ ਲੈ ਕੇ ਅੱਗੇ ਚੱਲ ਸਕਦੇ ਹਾਂ। ਹੁਣ ਜਿਹੜੀ ਇਹ ਮੇਨ ਜਿਹੜੀ ਚੀਜ਼ ਹੈ, ਅਸੀਂ ਇਸ ਤਰ੍ਹਾਂ ਇਸ ਸਫ਼ਰ ਨੂੰ ਲੈ ਕੇ ਅੱਗੇ ਜਾਂਦਿਆਂ ਹੁਣ ਅਸੀਂ ਪਹੁੰਚੇ ਹਾਂ ਵੀਜ਼ਾ ਪ੍ਰੋਸੈਸ ਦੇ ਉੱਤੇ। ਹੈ ਐਕਸਟਰਨਲ ਨੇ ਬਹੁਤ ਵੱਡੀ ਤਬਦੀਲੀ ਕੀਤੀ ਹੈ ਜਿਹੜੀ ਅੱਜ ਤੱਕ ਹੋਈ ਹੀ ਨਹੀਂ ਹੈ ਵੀਜ਼ਾ ਪ੍ਰੋਸੈਸ ਦੇ ਉੱਤੇ। ਕਿ ਇਸ ਤੋਂ ਪਹਿਲੇ ਕੀ ਹੁੰਦਾ ਸੀ ਕਿ ਹਰ ਬੰਦੇ ਨੇ ਜਿਹੜੇ ਮੁਲਕ ਤੋਂ ਵੀ ਵੀਜ਼ਾ ਲਗਵਾਉਣਾ ਹੁੰਦਾ ਸੀ, ਕੋਈ ਪਾਕਿਸਤਾਨ ਹੈ, ਕੋਈ ਇੰਡੀਆ ਹੈ, ਕੋਈ ਲੈਟਿਨ ਅਮਰੀਕਾ ਵਾਲੇ ਲੋਕ ਨੇ ਜਾਂ ਦੁਨੀਆ ਦੇ ਕੋਈ ਵੀ ਮੁਲਕ ਹੈ, ਅਤੇ ਉਹਨਾਂ ਨੂੰ ਖੁਦ ਜਾ ਕੇ ਅੰਬੈਸੀ 'ਚ ਆਪਣਾ ਕੇਸ ਜਮ੍ਹਾਂ ਕਰਾਉਣਾ ਹੁੰਦਾ ਸੀ ਹੈ। ਔਰ ਉਸ ਜਮ੍ਹਾਂ ਹੋਣ ਤੋਂ ਬਾਅਦ ਹੀ ਤੁਹਾਡਾ ਵੀਜ਼ਾ ਪ੍ਰੋਸੈਸ ਸ਼ੁਰੂ ਹੁੰਦਾ ਸੀ ਹੈ। ਮਿਸਾਲ ਤੌਰ 'ਤੇ ਅਸੀਂ ਕਿਸੇ ਵੀ ਵੀਜ਼ਾ ਤੋਂ ਲੈ ਲਈਏ, ਮਿਸਾਲ ਤੌਰ 'ਤੇ ਆਟੋਰੀਜ਼ੇਸ਼ਨ ਨੋ ਲੁਕਰਾਤੀਵਾ ਤੁਸੀਂ ਲੈ ਲਵੋ ਹੈ, ਅਤੇ ਉਹਦੇ 'ਤੇ ਵੀ ਇਹ ਸੀ ਚੱਕਰ ਕਿ ਤੁਸੀਂ ਜਾ ਕੇ ਪ੍ਰੈਸੈਂਸੀਅਲ ਜਾ ਕੇ ਉੱਥੇ ਜਾ ਕੇ ਮੌਜੂਦ ਹੋ ਕੇ ਅੰਬੈਸੀ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਜਮ੍ਹਾਂ ਕਰਾਉਣੀ ਹੁੰਦੀ ਸੀ। ਔਰ ਉਸ ਦਰਖਾਸਤ ਨੂੰ ਵੀ ਜਮ੍ਹਾਂ ਕਰਾਉਣ ਵਾਸਤੇ ਤੁਹਾਨੂੰ ਪਹਿਲੇ ਅੰਬੈਸੀ ਤੋਂ ਸੀਤਾ ਲੈਣਾ ਪੈਂਦਾ ਸੀ, ਔਰ ਸੀਤਾ 5-5 6-6 7-7 ਮਹੀਨੇ ਬਾਅਦ ਵੀ ਕਈ ਜਗ੍ਹਾ ਤੇ ਕੌਂਸੂਲਾਤ ਜਿਹੜੀਆਂ ਨੇ ਜਾਂ ਅੰਬੈਸੀਆਂ ਇਤਨੀ ਦੇਰ ਨਾਲ ਕੰਮ ਕਰਦੀਆਂ ਨੇ, ਇਤਨਾ ਸਲੋ ਪ੍ਰੋਸੈਸ ਹੁੰਦਾ ਸੀ ਕਿ ਉਹ ਸੀਤਾ ਹੀ 5-5 6-6 ਮਹੀਨੇ ਬਾਅਦ 7-7 ਮਹੀਨੇ ਬਾਅਦ ਮਿਲਦਾ ਸੀ। ਫਿਰ ਬਾਕੀ ਪ੍ਰੋਸੈਸ ਤੇ ਬੜੀ ਦੂਰ ਰਹਿ ਗਿਆ ਸੀ ਹੈ। ਹੁਣ ਕੀ ਕੀਤਾ, ਹੁਣ ਸਪੇਨ ਦੀ ਜਿਹੜੀ ਐਕਸਟਰਨਲ ਸਪੇਨ ਦੀ ਮਿਨਿਸਟਰੀ ਹੈ, ਇਹਨਾਂ ਬਹੁਤ ਵੱਡੀ ਤਬਦੀਲੀ ਦੇ ਵਿੱਚ ਲੈ ਕੇ ਆਏ ਨੇ ਹੈ ਕਿ ਇਹਨਾਂ ਨੇ ਇਸ ਕਾਨੂੰਨ ਨੂੰ ਅੰਪਲਿਆਰ ਕਰ ਦਿੱਤਾ। ਇਸ ਕਾਨੂੰਨ ਨੂੰ ਉਹ ਜਿਹੜਾ ਵੀਜ਼ਾ ਪ੍ਰੋਸੈਸ ਵਾਲਾ ਕਾਨੂੰਨ ਸੀ ਉਸ ਨੂੰ ਖਤਮ ਨਹੀਂ ਕੀਤਾ, ਬਲਕਿ ਉਸ ਨੂੰ ਅੱਗੇ ਲੈ ਕੇ ਗਏ ਨੇ ਕਿ ਹੁਣ ਜਿਹੜਾ ਵੀ ਮਿਸਾਲ ਤੌਰ 'ਤੇ ਕੋਈ ਵੀ ਤੁਸੀਂ ਇੱਕ ਹੁੰਦੀ ਆਟੋਰੀਜ਼ੇਸ਼ਨ ਦੇ ਰੈਸੀਡੈਂਸੀਆ ਜਿਹੜੀ ਹੁੰਦੀ ਹੈ, ਮਿਸਾਲ ਤੌਰ 'ਤੇ ਇੱਥੋਂ ਪੇਪਰ ਬਣ ਕੇ ਜਾਂਦੇ ਨੇ ਬੰਦੇ ਦੇ, ਔਰ ਉਸ ਨੂੰ ਉਹਨਾਂ ਨੇ ਕੀ ਕੀਤਾ ਹੈ ਕਿ ਉਸ ਨੂੰ ਅੰਪਲਿਆਰ ਕਰਕੇ ਉਹ ਵੀ ਆਨਲਾਈਨ ਸਿਸਟਮ ਕਰ ਛੱਡਿਆ ਕਿ ਤੁਸੀਂ ਆਨਲਾਈਨ ਬਹਿ ਕੇ ਵੀਆ ਟੈਲੀਮਾਟਿਕਾ ਦਾ ਕੀ ਮਤਲਬ ਹੁੰਦਾ ਕਿ ਜਿਸ ਤਰ੍ਹਾਂ ਇੱਥੇ ਪਹਿਲੇ ਤੁਹਾਨੂੰ ਪਤਾ ਸੀ ਕਿ ਜਿਹੜੇ ਬੰਦੇ ਜਾਣਦੇ ਨੇ ਕਿ ਇਸ ਤੋਂ ਪਹਿਲੇ ਸਾਰੇ ਹੀ ਜਿਹੜੇ ਤਰਖੇਤਸ ਨੇ ਸਾਰੀ ਰੈਜ਼ੀਡੈਂਸ ਕਾਰਡ ਨੂੰ ਜਾ ਕੇ ਐਕਸਟਰਨਲ 'ਚ ਮਿਨਿਸਟਰੀ ਦੇ ਵਿੱਚ ਖੁਦ ਜਾ ਕੇ ਜਮ੍ਹਾਂ ਕਰਾਉਣੇ ਹੁੰਦੇ ਸੀ। ਲੇਕਿਨ ਬਾਅਦ ਪਿਛਲੇ 3-4 ਸਾਲ ਤੋਂ ਬਾਅਦ ਫਿਰ ਸਿਸਟਮ ਇਹ ਆਇਆ ਕਿ ਉਹਨਾਂ ਨੇ ਉਹ ਸਾਰਾ ਪ੍ਰੋਸੈਸ ਵੀਆ ਟੈਲੀਮਾਟਿਕਾ ਕਰ ਦਿੱਤਾ। ਵੀਆ ਟੈਲੀਮਾਟਿਕਾ ਦਾ ਮਤਲਬ ਕੀ ਹੈ ਕਿ ਆਨਲਾਈਨ ਕਰ ਦਿੱਤਾ। ਹਰ ਬੰਦਾ ਤਾਂ ਨਹੀਂ ਜਮ੍ਹਾਂ ਕਰਾਉਂਦਾ ਪਿਆ, ਜਿਹਦੇ ਕੋਲ ਸਰਟੀਫਿਕੇਟ ਦਿਖਤਾਲ ਹੋਵੇ ਉਹ ਹੀ ਜਮ੍ਹਾਂ ਕਰਾ ਰਿਹਾ ਸੀ। ਲੇਕਿਨ ਉਹਦਾ ਫਾਇਦਾ ਕੀ ਹੋਇਆ ਕਿ ਜਿਤਨੇ ਵੀ ਬੰਦੇ ਸੀ ਉਹਨਾਂ ਨੇ ਵਕੀਲਾਂ ਕੋਲ ਜਾਣਾ, ਖਿਸਟੋਰ ਕੋਲ ਜਾਣਾ, ਆਪਣਾ ਕੇਸ ਦੇਣਾ, ਖਿਸਟੋਰ ਨੇ ਉਸੇ ਦਿਨ ਆਨਲਾਈਨ ਜਮ੍ਹਾਂ ਕਰ ਦੇਣਾ। ਉਹ ਤੁਸੀਂ ਐਕਸਟਰਨਲ ਜਾਣ ਆਉਣ ਦੀ ਜ਼ਰੂਰਤ ਤੋਂ ਬਚ ਜਾਂਦੇ ਸੀ। ਬਾਅਦ ਜਗ੍ਹਾ ਤੇ 2-3 ਘੰਟੇ ਲੱਗਦੇ ਸੀ ਐਕਸਟਰਨਲ ਜਾਣ ਵਾਸਤੇ। ਬਾਅਦ ਲੋਕ ਕਿਸੇ ਪਿੰਡਾਂ 'ਚ ਹੁੰਦੇ ਸੀ, ਔਰ ਇਸ ਦਾ ਬੜਾ ਫਾਇਦਾ ਹੋਇਆ। ਦੂਸਰਾ ਤੁਸੀਂ ਫਾਇਦਾ ਦੇਖੋ ਨੈਸ਼ਨੈਲਿਟੀ ਦੇ ਕਾਨੂੰਨ ਵਿੱਚ ਹੈ। ਨੈਸ਼ਨੈਲਿਟੀ ਦੇ ਕਾਨੂੰਨ 'ਚ ਕਿਤਨੀ ਬੜੀ ਤਬਦੀਲੀ ਹੈ ਕਿ ਜਿਹੜੇ ਲੋਕ ਪੁਰਾਣੇ ਨੇ ਸਪੇਨ 'ਚ ਰਹਿੰਦੇ ਉਹਨਾਂ ਨੂੰ ਪਤਾ ਹੈ ਕਿ ਇਸ ਤੋਂ ਪਹਿਲੇ ਰਜਿਸਟਰ ਸਿਵਲ ਦੇ ਵਿੱਚ ਜਾ ਕੇ ਕੇਸ ਜਮ੍ਹਾਂ ਕਰਾਉਣਾ ਪੈਂਦਾ ਸੀ। ਫਿਰ ਉਹ 3-3 ਸਾਲ ਲੱਗਦੇ ਸੀ ਉਸ ਕੇਸ ਨੂੰ ਹੱਲ ਹੁੰਦਿਆਂ, ਨਾ ਉਹਦਾ ਕੋਈ ਅਤਾ ਨਾ ਪਤਾ, ਬੰਦਾ ਬੜਾ ਹੀ ਪਰੇਸ਼ਾਨ ਹੁੰਦਾ ਸੀ ਹੈ। ਫਿਰ ਜਦੋਂ ਉਹਨਾਂ ਨੇ ਕਾਨੂੰਨ ਤਬਦੀਲ ਕੀਤਾ ਵੀਆ ਟੈਲੀਮਾਟਿਕਾ ਦਾ ਕਿ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ, ਫਿਰ ਬੰਦੇ ਨੇ ਨੈਸ਼ਨੈਲਿਟੀਆਂ ਆਨਲਾਈਨ ਅਪਲਾਈ ਕੀਤੀਆਂ। ਉਹਦਾ ਕਾਨੂੰਨ ਸੀ ਸਾਲ, ਲੇਕਿਨ ਸਾਲ ਦੀ ਬਜਾਏ 1.5 ਸਾਲ 2 ਸਾਲ ਲੱਗ ਜਾਂਦੇ, ਲੇਕਿਨ ਹਰ ਬੰਦਾ ਆਪਣੇ ਪ੍ਰੋਸੈਸ ਨੂੰ ਬਾਕਾਇਦਗੀ ਦੇ ਨਾਲ ਫਾਲੋ ਕਰਦਾ ਸੀ। ਹੁਣ ਉਹਨਾਂ ਨੇ ਵੀਜ਼ਾ ਪ੍ਰੋਸੈਸ ਵੀ ਵੀਆ ਟੈਲੀਮਾਟਿਕਾ ਕਰ ਦਿੱਤਾ ਕਿ ਯਾਨੀ ਕਿ ਤੁਸੀਂ ਕਿ ਆਨਲਾਈਨ ਵੀ ਜਿਹੜਾ ਪਰਸੋਨਾ ਅਟੋਰਿਜ਼ਾ ਦਾ ਹੋਵੇਗਾ ਉਸ ਕੋਲ ਜਾ ਕੇ ਜਿਹੜੇ ਬੰਦੇ ਕੋਲ ਸਰਟੀਫਿਕੇਟ ਦਿਖਤਾਲ ਹੋਵੇਗਾ ਜਾਂ ਇਸ ਤਰ੍ਹਾਂ ਵੇਖਾਂਗੇ ਅੱਗੋਂ ਜਾ ਕੇ ਕਿਸ ਚੀਜ਼ ਨੂੰ ਕਿਸ ਤਰ੍ਹਾਂ ਅੰਪਲਿਆਰ ਕਰਦੇ ਨੇ, ਕਿਸ ਤਰ੍ਹਾਂ ਦੱਸਦੇ ਨੇ। ਲੇਕਿਨ ਇਹ ਚੀਜ਼ ਇੰਪੋਰਟੈਂਟ ਹੈ ਕਿ ਉਹਨਾਂ ਨੇ ਜਿਤਨੇ ਵੀ ਵੀਜ਼ਾ ਪ੍ਰੋਸੈਸ ਨੇ ਟੋਟਲੀ ਜਿਹੜੇ ਨੇ ਉਹ ਆਨਲਾਈਨ ਕਰ ਦਿੱਤੇ ਨੇ, ਵੀਆ ਟੈਲੀਮਾਟਿਕਾ ਕਰ ਦਿੱਤੇ ਨੇ। ਹਾਂ, ਹੁਣ ਦੂਸਰੀ ਜਿਹੜੀ ਚੀਜ਼ ਹੈ ਉਹ ਇਹ ਵੇ ਕਿ ਕਿਤਨਾ ਟਾਈਮ ਲੱਗੇਗਾ ਅਗਰ ਆਨਲਾਈਨ ਪ੍ਰੋਸੈਸ ਹੋਵੇਗਾ। ਤੁਸੀਂ ਕੋਈ ਵੀ ਰੈਜ਼ੀਡੈਂਸੀ ਜਮ੍ਹਾਂ ਕਰਾਈ ਜਿਹੜੀ ਇੱਥੋਂ ਸਿਲੈਕਟ ਹੋ ਕੇ ਗਈ ਹੈ, ਜਾਂ ਕੋਈ ਵੀ ਤੁਸੀਂ ਵੀਜ਼ਾ ਪ੍ਰੋਸੈਸ ਜਮ੍ਹਾਂ ਕਰਾਇਆ, ਉਹ ਕਿਤਨਾ ਟਾਈਮ ਲੱਗੇਗਾ ਇਹਦਾ ਕੋਈ ਨਹੀਂ ਪਤਾ। ਲੇਕਿਨ
ਉਮੀਦ ਕੀਤੀ ਜਾ ਸਕਦੀ ਹੈ ਕਿ ਦੂਸਰੇ ਲੈਂਥੀ ਪ੍ਰੋਸੈਸ ਦੀ ਬਜਾਏ ਇਹ ਪ੍ਰੋਸੈਸ ਤੇਜ਼ ਹੋਵੇਗਾ। दूसरी जी सब तो वड्डी तब्दीली की है एक्स्ट्रा हेयर इस कानून च मैं पहले स्पेनिश पढ़ देना, फिर मैं कोशिश करूँगा उसका तर्जमा करके उन्हें समझाने की कोशिश करना है। habilitan legalmente empresas, oficinas autorizadas. Primera vez puede existir empresas acreditadas que suscriben convenio con el Ministerio de Exterior para gestionar solicitud de visado por medio de empresa autorizada। ਇਹਦਾ ਕੀ ਮਤਲਬ ਹੈ ਕਿ ਇਹਦਾ ਮਤਲਬ ਹੈ ਵੇ ਕਿ ਪਹਿਲੀ ਦਫਾ ਹਿਸਟਰੀ ਦੇ ਵਿੱਚ ਸਪੇਨ ਨੇ ਕੁਝ ਇੰਪ੍ਰੈਸਾਸ, ਕੁਝ ਦਫ਼ਤਰ, ਕੁਝ ਬੰਦਿਆਂ ਨੂੰ ਅਥਾਰਟੀ ਦੇ ਦੇਗੀ ਜਿਹੜੇ ਸਪੇਨ ਅੰਬੈਸੀ ਤੋਂ ਰਜਿਸਟਰਡ ਹੋਣਗੇ। ਉਹਨਾਂ ਦਾ ਕੰਮ ਹੋਵੇਗਾ ਕਿ ਸਪੇਨ ਦੀ ਫਾਰਨ ਮਿਨਿਸਟਰੀ ਦੇ ਦਰਮਿਆਨ ਕਨਵੇਨੀਓ ਤਲਕ ਬਣਾਉਣਾ ਔਰ ਉਹ ਜਿਹੜਾ ਵੀਜ਼ਾ ਪ੍ਰੋਸੈਸ ਹੋਣਗੇ ਉਸ ਨੂੰ ਉਹ ਅੱਗੇ ਫਾਰਵਰਡ ਕਰਨਗੇ और उसका जवाब भी वो लैणगे। उस बाद जी मेरे तो कम्यूनिकेशन होगी, जो गलबात होगी, जी कोई चीज़ा चाहिए होंगे बाद मतलब वीज़ा प्रोसैस लेट क्यों हो रहा है, जो डिटेल जी होगी या कोई चीज़ घट वध होगी उसको पहुँचाना वो उन्होंने काम होगा। और ये बहुत वड्डी तब्दीली है, ये बहुत वड्डी तब्दीली है कि जो एक तो उन्होंने सारे वीज़ा जोड़े ने वो ऑनलाइन कर देते हैं, दूसरा उन्होंने एम्प्रेसस हबिलिटादा कर देते हैं। ऑफिसिनास एम्प्रेसस जो स्पैशल होंगे जिन्होंने स्पेन मिनिस्ट्री ऑथोराइज़ करेगी और उसके थ्रू अपना काम कर सकते हो। मैं कहना बहुत वड्डी तब्दीली है क्योंकि इसका मेन जी चीज़ है वो यह होगी कि सफ़र बच जाएगा बंदियां दा। हुण साडे जिहड़े ने बंदे कोई इस्लामाबाद जा रहे सी पिंडां तो, कोई लाहौर जा रहे सी, हो सकता है कोई गुजरात दफ्तर बन जाए या कोई छोटे शहर दफ्तर बन जाए। जिस तरह ਅੰਮ੍ਰਿਤਸਰ ਔਥੋਰਾਈਜ਼ੇਸ਼ਨ मैं होर कमेंट करदा जिस साडे उत्थे TCS बने या दफ्तर है वो नॉर्मल प्रोसैस ਨੂੰ ਅੱਗੇ ਫਾਰਵਰਡ ਕਰਦਾ। ਹੋ ਸਕਦਾ ਇਸ ਤਰ੍ਹਾਂ ਦਾ ਕੋਈ ਅੰਮ੍ਰਿਤਸਰ ਔਥੋਰਾਈਜ਼ੇਸ਼ਨ ਜਿਹੜਾ ਵੀਜ਼ਾ ਸਪੈਸ਼ਲ ਵਾਸਤੇ ਬਣਾ ਦੇਣਾ, ਲੇਕਿਨ ਇਹ ਵੀ ਬਣੇਗਾ ਔਰ ਇਹ ਸਿਸਟਮ ਬਹੁਤ ਆਸਾਨ ਹੋ ਜਾਏਗਾ। ਜਿਹੜਾ ਕੌਂਸੂਲੇਟ ਤੇ ਐਮਬੈਸੀ ਤੇ ਐਕਸਟਰਾ ਪ੍ਰੈਸ਼ਰ ਸੀ ਉਹ ਘੱਟ ਹੋਵੇਗਾ। ਯਾਨੀ ਕਿ ਦੋ ਬਹੁਤ ਗ੍ਰੇਟ ਤਬਦੀਲੀਆਂ ਆਈਆਂ। ਇੱਕ ਤਾਂ ਤੁਸੀਂ ਆਨਲਾਈਨ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ, ਦੂਸਰਾ ਤੁਸੀਂ ਅੰਮ੍ਰਿਤਸਰ ਜਿਹੜੇ ਦਫ਼ਤਰ ਹੋਣਗੇ ਜਿਹੜੇ ਅੰਮ੍ਰਿਤਸਰ ਨੂੰ ਸਪੇਨ ਦੀ ਗਵਰਨਮੈਂਟ ਅਥਾਰਟੀ ਦੇਗੀ, ਜਿਸ ਤਰ੍ਹਾਂ TCS ਇਸਲਾਮਾਬਾਦ ਦਿੱਤੀ, ਜਿਹੜਾ ਸਾਰਾ ਕੰਮ ਜਿਹੜਾ ਸਪੇਨ ਅੰਬੈਸੀ ਦਾ ਉਹ ਫਾਰਵਰਡ ਕਰਦਾ। ਇਸ ਤਰ੍ਹਾਂ ਹੀ ਉਹਦਾ ਹੁਣ ਉਸ ਦਫ਼ਤਰ ਦਾ ਕੰਮ ਉਹਦੇ ਨਾਲ ਅੰਬੈਸੀ ਨਾਲ ਨਹੀਂ ਹੋਏਗਾ, ਉਸ ਦਫ਼ਤਰ ਦਾ ਕੰਮ ਹੋਵੇਗਾ ਡਾਇਰੈਕਟ ਮਿਨਿਸਟਰੀ ਦੇ ਐਕਸਟੀਰੀਅਰ ਜਿਹੜੀ ਸਪੇਨ ਦੀ ਫਾਰਨ ਮਿਨਿਸਟਰੀ ਜਿਹੜਾ ਵੀਜ਼ਾ ਸੈਕਸ਼ਨ ਨੂੰ ਡੀਲ ਕਰਦੀ ਸਾਰਾ ਉਹਦਾ ਉਸ ਨਾਲ ਹੋਵੇਗਾ। ਇਹ ਮੇਰੇ ਹਿਸਾਬ ਨਾਲ ਬਹੁਤ ਵੱਡੀ ਤਬਦੀਲੀ ਆਈ ਹੈ। ਅਸੀਂ ਇਸ ਤਰ੍ਹਾਂ ਹੀ ਆਸਤਾ ਕਰਕੇ ਸਾਂਝੇ ਕਰਤੇ ਜਾ ਰਹੇ ਹਾਂ। ਕਵਾਨੀਨ ਸਾਰੇ ਹੈ, ਤੁਹਾਡੀ ਸਪੋਰਟ ਦਾ ਵੀ ਬਹੁਤ ਬਹੁਤ ਸ਼ੁਕਰੀਆ। ਬਾਅਦ ਵੀਡੀਓਜ਼ ਲੋਕਾਂ ਨੂੰ ਬਹੁਤ ਪਸੰਦ ਆਈਆਂ ਆ ਰਹੀਆਂ ਨੇ। ਆਪ ਲੋਕ ਫਿਰ ਕਮੈਂਟ ਸੈਕਸ਼ਨ 'ਚ ਕਰਕੇ ਸਵਾਲਾਤ ਵੀ ਪੁੱਛਦੇ ਨੇ ਤੇ ਅਸੀਂ ਇਸੇ ਤਰ੍ਹਾਂ ਹੀ ਅਸੀਂ 1 ਬਾਈ 1 ਇੱਕ ਕਰਕੇ ਸਾਰੇ ਕਵਾਨੀਨ ਦੇ ਉੱਤੇ तफसीलां रोशनी डाल रहे हैं ताकि जो मेरा मकसद है वह पूरा हो जाए है कि हर पाकिस्तानी इंडियन जो भी साडा अपना देसी है स्पेन के रहिंदा है, मेरी ये कोशिश है कि उन्होंने लफज बाय लफज फिंगर टिप्स देने करके कवानीन याद हो ताकि जो भी किसी मुश्किल च पवे उन्हें रेजिडेंसी या कार्ड रिन्यू के वक्त कोई भी परेशानी बने तो फिंगर टिप्स के कानून याद होने कि यह मेरे को ऑप्शन है, मैं इस तरह यूटिलाइज कर सकना। यह मेरे को अगर मैं चीज़ उन्होंने रिक्वायरमेंट पूरी नहीं उतर रहा, यह मेरे कमी है, मैं किस तरह दुरुस्त कर सकता ताकि मैं उस रिक्वायरमेंट पर पूरा उतर रहा। यानी कि कोई मसला बन गया तो उसमें मैं किस तरह डील कर सकता ताकि जहन च हो फिर उस वकील वाल जाए ताकि वकील दसे कि हाँ जी ए काम मेरे को इंज हो गया, की तरीका हो सकता है ताकि कम से कम कोई रस्ते का पता लगे, कोई सिमत का पता लगे। मेरा बेसिक मकसद वीडियो बनाने का है ये। बाकी जीमते रहो, हसते रहो, वसते रहो। अल्लाह सब नूं आबाद रखे जिथे भी है वो जेड़े कोने ते है वो दुनिया ते दुआवां च याद रखियो। टेक केयर, अल्लाह हाफिज़।